वाहिगुरु साहिब जी तेरे कवन कवन गुण कह कह गावा, तू साहिब गुणी निधाना। तुमरी महिमा वरन न सकूं, तू ठाकुर ऊच भगवाना। दर्शन एकत मैं जियो, सुन कर बचन तुम्हारे सतगुर। मन तन मेरा ठार थियो, सतनाम वाहिगुरु साहिब जी। एक ओंकार सतगुर प्रसाद, तनासरी महला नौवां। काहे रे बन खोजण जाई, सर्ब निवासी सदा अलेपा। तो ही संग समाई, काहे रे बन खोजण जाई, सर्ब निवासी सदा अलेपा। तो ही संग समाई। रहाओ पोह मद ज्यों बास बसत है, मुकर माहे जैसे छाई। तैसे ही हर बसै निरंतर, घट ही खोजो भाई। बाहर भीतर एको जानो, ए गुर ज्ञान बताई। जन नानक बिन आपा चीनै, मिटै ना भ्रम की काई। बाहर भीतर एको जानो, ए गुर ज्ञान बताई। जन नानक बिन आपा चीनै, मिटै ना भ्रम की काई। वाहिगुरु जी का खालसा, वाहिगुरु जी की फतेह। परम सन्मानयोग धन धन सतगुरु शब्द गुरु गुरु ग्रंथ ਸਾਹਿਬ जी महाराज, तिन्हां दी पावन पवित्र हजूरी अंदर जुड़ बैठे अति सत्कारयोग सत्संगी जनों, वडभागी हो जो साहिबा ने अपनी रहमत बख्शिश कृपा करके गुरु दी गोद अंदर बैठण दा सुभाग समा बख्शे। आप जी गुरबानी दे हर जस कीर्तन बड़े ही अदब सत्कार प्यार दे नाल गुरु सवारियां पासों श्रवण कर रहे सी। उपरंत धन सतगुरु गुरु तेग बहादुर महाराज तिन्हां दी रसना तो उच्चारण कीते हुए पावन बचन जो तनासरी राग अंदर गुरु ग्रंथ साहिब महाराज जी दे पावन 684 से शोभत ने आप जी ने श्रवण कीते। सतगुरु ने पावन
ਬਚਨਾਂ ਦੇ ਅੰਦਰ ਜੋ ਵਿਚਾਰ ਸਾਡੇ ਸਾਹਮਣੇ ਰੱਖੇ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਸਮੇਂ ਦੇ ਪਾਏ ਹੋਏ ਭੁਲੇਖਿਆਂ ਦਾ ਖੰਡਨ ਕੀਤਾ ਹੈ ਕਿ ਜਿਵੇਂ ਕਿ ਕਈ ਲੋਕਾਂ ਨੇ ਇਹ ਮਤ ਫੈਲਾਇਆ ਸੀ ਕਿ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਤੁਹਾਨੂੰ ਆਪਣਾ ਗ੍ਰਸਥ ਆਪਣਾ ਘਰ-ਬਾਰ ਤਿਆਗਣਾ ਪਵੇਗਾ। ਅਸਲ ਵਿੱਚ ਜਿਹੜਾ ਮਨੁੱਖ ਸੰਸਾਰ ਵਿੱਚ ਆਇਆ ਹੈ, ਇਸਨੇ ਹੋਸ਼ ਸੰਭਾਲੀ ਹੈ। ਇਸ ਮਨੁੱਖ ਦੇ ਮਨ ਨੇ ਕਈ ਪਾਸੇ ਭਟਕਣਾ ਤੋਂ ਬਾਅਦ ਵੀ ਸ਼ਾਂਤੀ ਦੀ ਭਾਲ ਕੀਤੀ, ਕਿਤੋਂ ਸ਼ਾਂਤੀ ਮਿਲ ਜਾਏ। ਤੇ ਮਨੁੱਖ ਨੂੰ ਕੁਝ ਚਾਲਬਾਜ਼, ਕੁਝ ਚਲਾਕ ਲੋਕਾਂ ਨੇ ਇਹ ਦੱਸ ਦਿੱਤਾ ਕਿ ਜੇ ਤੂੰ ਸ਼ਾਂਤੀ ਲੋਚਦਾ ਹੈ, ਜੇ ਆਪਣੇ ਮਨ ਦਾ ਟਿਕਾਵ ਲੋਚਦਾ ਹੈ, ਤਾਂ ਇਹ ਟਿਕਾਅ ਤੈਨੂੰ ਮਿਲੇਗਾ ਉਸ ਪ੍ਰਮਾਤਮਾ ਦੇ ਮਿਲਾਪ ਦੇ ਨਾਲ। ਪਰ ਉਹ ਮਿਲਾਪ ਦਾ ਤਰੀਕਾ ਜਿਹੜਾ ਸੀ ਉਹ ਕਰਮ ਕਾਂਡਾਂ ਦੇ ਘੁੰਮਣ ਘੇਰੇ ਚ ਮਨੁੱਖ ਨੂੰ ਪਾ ਦਿੱਤਾ ਗਿਆ। ਤੇ ਜੇਕਰ ਇੱਕ ਵਾਰ ਬੰਦਾ ਗਲਤੀ ਨਾਲ ਇਹਨਾਂ ਚਲਾਕ ਲੋਕਾਂ ਦੇ ਅੜਕੇ ਚੜ ਜਾਏ ਤਾਂ ਉਹ ਮਰਨ ਉਪਰੰਤ ਵੀ ਇਸ ਭਰਮ ਦੇ ਜਾਲ ਤੋਂ ਨਿਕਲ ਨਹੀਂ ਸਕਦਾ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਆ ਕੇ ਸੰਸਾਰ ਦੇ ਲੋਕਾਂ ਨੂੰ ਬੜਾ ਸੌਖਾ ਤਰੀਕਾ ਦੱਸਿਆ ਕਿ ਜੇ ਪਰਮਾਤਮਾ ਨੂੰ ਮਿਲਣਾ ਤੇ ਘਰ-ਬਾਰ ਤਿਆਗਣ ਦੀ ਲੋੜ ਨਹੀਂ। ਘਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੀ ਕਾਰ ਵਿਹਾਰ ਕਰਦਿਆਂ ਹੋਇਆਂ, ਸੰਸਾਰ ਵਿੱਚ ਸੋਹਣਾ ਜੀਵਨ ਜਿਉਂਦਿਆਂ ਹੋਇਆਂ ਵੀ ਅਸੀਂ ਵਧੀਆ ਖਾਂਦਿਆਂ ਪਹਿਨਦਿਆਂ ਹੋਇਆਂ ਵੀ ਉਸ ਪਰਮਾਤਮਾ ਮਿਲਾਪ ਹਾਸਲ ਕਰ ਸਕਦੇ ਹਾਂ। ਤਾਂ ਗੁਰੂ ਸਾਹਿਬ ਨੇ ਅੱਜ ਦੇ ਪਾਵਨ ਬਚਨਾਂ ਵਿੱਚ ਵੀ ਗੁਰੂ ਸਾਹਿਬ ਨੇ ਇਹੀ ਗੱਲ ਕਹੀ ਕਿ ਜੇ ਤੂੰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਜੇ ਉਸ ਪਰਮਾਤਮਾ ਨੂੰ ਮਿਲਾਪ ਹਾਸਲ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਘਰ ਤਿਆਗਣ ਦੀ ਲੋੜ ਨਹੀਂ ਹੈ। ਬੜੇ ਪਿਆਰੇ ਬਚਨ ਸਾਹਿਬ ਨੇ ਕਾਹੇ ਰੇ ਬਨ ਖੋਜਣ ਜਾਈ, ਹੈ ਭਾਈ ਉਸ ਅਕਾਲ ਪੁਰਖ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਕਿਉਂ ਜਾ ਰਹੀ ਹੈ, ਜਦੋਂ ਕਿ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਉਹ ਪਰਮਾਤਮਾ ਤੇਰੇ ਨਾਲ ਹੈ, ਉਹ ਤੇਰੇ ਨਾਲ ਅੰਗ ਸੰਗ ਵਸਦਾ ਹੈ, ਉਹ ਕਿਤੇ ਦੂਰ ਨਹੀਂ ਹੈ। ਮਤ ਜਾਣੋ ਮਤਾ ਸਮਨਾ ਸ਼ਹਿ ਦੂਰ ਹੈ, ਮਤ ਜਾਣੋ ਸ਼ਹਿ ਦੂਰ ਹੈ, ਸਦਾ ਵੇਖ ਅਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਉਹ ਤਾਂ ਹਰ ਇੱਕ ਥਾਂ ਤੇ ਸਰਬ ਨਿਵਾਸੀ ਸਦਾ ਲੇਪਾ, ਸਾਰਿਆਂ ਵਿੱਚ ਰਹਿੰਦਾ ਹੋਇਆ, ਸਾਰਿਆਂ ਵਿੱਚ ਨਿਵਾਸ ਕਰਦਾ ਹੋਇਆ ਵੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਾਡੇ ਕਾਹੇ ਰੇ ਬਣ ਖੋਜਣ। ਬਹੁਤ ਸੋਹਣਾ ਇੱਕ ਸ਼ਲੋਕ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚੋਂ। ਧੰਨ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ, ਵਸੀ ਰਬ ਹਰਿਆਲੀ ਹੈ, ਜੰਗਲ ਕਿਆ ਢੂੰਡੇ। ਤੂੰ ਜੰਗਲਾਂ ਵਿੱਚ ਕਿਉਂ ਭਟਕਦਾ ਫਿਰਦਾ ਹੈ, ਜੰਗਲਾਂ ਦੇ ਕੰਢੇ ਕਿਉਂ ਲਤਾੜਦਾ ਫਿਰਦਾ ਹੈ, ਰੱਬ ਤੇਰੇ ਹਿਰਦੇ ਵਿੱਚ ਵਸਦਾ ਹੈ। ਫਿਰ ਜੰਗਲ ਵਿੱਚ ਭਾਲਣ ਦਾ ਕੀ ਫਾਇਦਾ ਹੈ। ਇਹ ਮਨ ਮਤ ਜਾਣੈ ਹਰ ਦੂਰ ਹੈ, ਮਨਾ ਕਿਤੇ ਸਮਝਨੇ ਕਿ ਪ੍ਰਮਾਤਮਾ ਤੇਰੇ ਤੋਂ ਦੂਰ ਹੈ। ਸਦਾ ਵੇਖ ਅਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਉਹ ਪ੍ਰਮਾਤਮਾ ਦਾ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਰਪੂਰ। ਹਰੇਕ ਜੀਵ ਦੇ ਅੰਦਰ ਵੀ ਹੈ ਤੇ ਬਾਹਰ ਵੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਬਾਣੀ ਵਿੱਚ ਸਾਹਿਬ ਨੇ ਸਾਨੂੰ ਬਹੁਤ ਸੋਹਣੇ ਪ੍ਰਮਾਣ ਦੇ ਕੇ ਉਸ ਪ੍ਰਮਾਤਮਾ ਦੀ ਬੇਅੰਤਤਾ ਬਾਰੇ ਬਿਆਨ ਕੀਤਾ। ਕਹਿਣ ਲੱਗੇ, ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਕਿਤੇ ਪ੍ਰਮਾਤਮਾ ਦੂਰ ਨਹੀਂ, ਉਹ ਸਾਰਿਆਂ ਦੇ ਹਿਰਦੇ ਵਿੱਚ ਵਸਦਾ। ਤੇ ਬੜੀ ਪਿਆਰੀ ਉਦਾਹਰਨ ਕਹਿਣ ਲੱਗੇ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਘੀਆ,
ਜਿਵੇਂ ਕਿ ਜਿੰਨੀ ਬਨਸਪਤੀ ਹੈ, ਜਿਤਨੀ ਲੱਕੜ ਹੈ, ਉਹਦੇ ਵਿੱਚ ਤਾਂ ਅੱਗ ਹੈ। ਉਹ ਜਿਹੜਾ ਦੁੱਧ ਹੈ, ਦੁੱਧ ਵਿੱਚ ਘਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਕਹਿੰਦੇ ਪ੍ਰਮਾਤਮਾ ਹਰ ਥਾਂ ਤੇ ਹੈ, ਦੱਸੋ ਕਿੱਥੇ ਹੈ? ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ ਤੇ ਉੱਥੇ ਦੇ ਬੜਾ ਵੱਡਾ ਇੱਕ ਪੀਰ, ਉਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਗੁਰੂ ਸਾਹਿਬ ਨੇ ਉੱਥੇ ਕੀਰਤਨ ਕੀਤਾ ਹੈ, ਰਬਾਬ ਵਜਾਇਆ ਹੈ। ਇਸਲਾਮ ਵਿੱਚ ਮੰਨਿਆ ਜਾਂਦਾ ਕਿ ਰਬਾਬ ਜਿਹੜਾ ਹੈ, ਕੀਰਤਨ ਜਿਹੜਾ ਹੈ, ਰਾਗ ਇਹ ਨਹੀਂ ਗਾਉਣਾ। ਪਰ ਉਹਨਾਂ ਦੇ ਇਲਾਕੇ ਵਿੱਚ ਉਹ ਸਮਝ ਲਓ ਡੈਮੋਕ੍ਰੇਸੀ ਨਹੀਂ ਹੈ, ਸਾਹਿਬ ਉੱਥੇ ਜਾ ਕੇ ਰਾਗ ਗਾਉਂਦੇ ਹਨ। ਤੇ ਉਸ ਸਮੇਂ ਦਾ ਉੱਥੇ ਦਾ ਬੜਾ ਵੱਡਾ ਇੱਕ ਫਕੀਰ ਜਿਹੜਾ ਇਸਲਾਮ ਦਾ ਪੈਰੋਕਾਰ ਹੈ ਔਰ ਨਿਆਂ ਕਰਨ ਦਾ ਜੋ ਅਧਿਕਾਰ ਹੈ ਉਸਦੇ ਕੋਲ ਹੈ, ਉਸਨੇ ਗੁਰੂ ਨਾਨਕ ਸਾਹਿਬ ਨੂੰ ਗ੍ਰਿਫਤਾਰ ਕੀਤਾ। ਉਹਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੂੰ ਖੜਾ ਕੀਤਾ ਗਿਆ। ਕਹਿਣ ਲੱਗੇ ਤੁਸੀਂ ਬਹੁਤ ਵੱਡੀ ਤੋਹੀਨ ਕੀਤੀ ਤੇ ਅਸੀਂ ਤੁਹਾਨੂੰ 3 ਸਵਾਲ ਪੁੱਛਾਂਗੇ, ਜੇ ਤੁਸੀਂ ਜਵਾਬ ਨਾ ਦੇ ਸਕੇ ਤੇ ਤੁਹਾਨੂੰ ਜ਼ਿੰਦਾ ਜ਼ਮੀਨ ਵਿੱਚ ਗਾੜ ਦਿੱਤਾ ਜਾਏਗਾ। ਹੁਣ ਪਹਿਲਾ ਸਵਾਲ ਪੁੱਛਿਆ ਗਿਆ ਕਿ ਦੱਸੋ ਕਿ ਪ੍ਰਮਾਤਮਾ ਤੋਂ ਪਹਿਲਾਂ ਕੀ ਸੀ। ਦੂਜਾ ਸਵਾਲ ਇਹ ਹੈ ਕਿ ਪ੍ਰਮਾਤਮਾ ਕਿੱਥੇ ਹੈ, ਤੇ ਤੀਜਾ ਸਵਾਲ ਇਹ ਹੈ ਕਿ ਪ੍ਰਮਾਤਮਾ ਕੀ ਕਰ ਸਕਦਾ। ਹੁਣ ਸਤਿਗੁਰਾਂ ਨੂੰ ਪਹਿਲਾ ਸਵਾਲ ਪੁੱਛਿਆ ਵੀ ਦੱਸੋ ਕਿ ਪ੍ਰਮਾਤਮਾ ਤੋਂ ਪਹਿਲਾਂ ਸੰਸਾਰ ਵਿੱਚ ਕੀ ਸੀ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਸਾਡੀ ਇੱਕ ਮਰਿਆਦਾ ਹੈ, ਅਸੀਂ ਜੋ ਵੀ ਜਵਾਬ ਦੇਣਾ ਹੈ ਆਪਣੀ ਮਰਿਆਦਾ ਅਨੁਸਾਰ ਦੇਵਾਂਗੇ। ਤੇ ਸਾਡੀ ਮਰਿਆਦਾ ਇਹ ਹੈ ਕਿ ਮੋਤੀ ਦਿੱਤੇ ਜਾਣ ਸਨ, ਮੋਤੀ ਥਾਲ ਵਿੱਚ ਪਾ ਕੇ ਲੈ ਕੇ ਆਓ। ਤੇ ਹੁਣ ਉਹ ਫਕੀਰ ਸੋਚਦਾ ਹੈ ਭਈ ਹਾਲਾ ਸਵਾਲ ਪੁੱਛਿਆ ਨਹੀਂ, ਇਹ ਪਹਿਲਾਂ ਹੀ ਭੇਡਾਂ ਮੰਗਣ ਲੱਗ ਪਿਆ। ਫਿਰ ਵੀ ਕਹਿੰਦਾ ਕੋਈ ਨਹੀਂ, ਲੈ ਕੇ ਆਓ। ਮੋਤੀ ਲੈ ਕੇ ਆਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਹਾਨੂੰ ਪਹਿਲਾਂ ਹੀ ਅਸੀਂ ਕਿਹਾ ਸੀ ਕਿ ਸਾਡੀ ਇੱਕ ਮਰਿਆਦਾ ਤੁਹਾਨੂੰ ਦੱਸਾਂਗੇ ਕਿ ਪ੍ਰਮਾਤਮਾ ਤੋਂ ਪਹਿਲਾਂ ਕੀ ਸੀ। ਤੇ ਮਰਿਆਦਾ ਅਨੁਸਾਰ ਤੁਸੀਂ ਇਹਦਾ ਕਰੋ ਕਿ ਜਿਹੜੇ ਆਪ ਮੋਤੀ ਗਿਣੋ ਨਾ। ਹੁਣ ਗਿਣਨੇ ਸ਼ੁਰੂ ਹੋਏ, ਗਿਣਤੀ ਸ਼ੁਰੂ ਹੋ ਗਈ। ਉਹ ਪੜਦਾ 1 2 3 ਸਾਹਿਬ ਨੇ ਰੁਕ ਜਾ, ਫਿਰ ਤੋਂ ਗਿਣਤੀ ਕਰੋ। ਹੁਣ ਵੇਖੋ ਦਲੇਰੀ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਹਦੇ ਇਲਾਕੇ ਅੰਦਰ ਗਏ ਹੋਏ ਨੇ ਔਰ ਉਸ ਇਲਾਕੇ ਦੇ ਵਿੱਚ ਜਾ ਕੇ ਉਸ ਇਲਾਕੇ ਦੇ ਜੋ ਸਭ ਤੋਂ ਵੱਡਾ ਪੈਰੋਕਾਰ ਹੈ, ਆਗੂ ਹੈ, ਉਹਦੇ ਨਾਲ ਸਵਾਲ ਜਵਾਬ ਕਰਦੇ ਨੇ। ਕਹਿਣ ਲੱਗੇ ਨਹੀਂ ਤੁਸੀਂ ਗਲਤ ਗਿਣਗੇ, ਫਿਰ ਤੋਂ ਗਿਣੋ। ਹੁਣ ਫਿਰ ਗੁਣਨਾ ਸ਼ੁਰੂ ਹੋਇਆ, ਕਹਿਣ ਲੱਗਾ 1 2, ਕਹਿਣ ਲੱਗੇ ਨਹੀਂ ਫਿਰ ਤੋਂ ਗਿਣੋ। ਉਹ ਕਹਿੰਦਾ ਸਹੀ ਤਾਂ ਗਿਣ ਲਿਆ ਮੈਂ, ਕਹਿਣ ਲੱਗੇ ਨਹੀਂ ਸਹੀ ਨਹੀਂ ਗਿਣਦੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਠੀਕ ਹੈ ਤੁਸੀਂ ਗਿਣਤੀ ਕਰ ਰਹੇ ਹੋ ਪਰ ਠੀਕ ਗਿਣਤੀ ਨਹੀਂ ਹੈ, ਸਹੀ ਤਰ੍ਹਾਂ ਗਿਣੋ। ਕਹਿਣ ਲੱਗਾ ਠੀਕ ਹੈ, ਜਦੋਂ ਮੈਂ ਹੁਣ ਗਿਣਾਂਗਾ ਨਾ ਜਿੱਥੇ ਗਲਤ ਹੋਵਾਂਗਾ ਤੁਸੀਂ ਉੱਥੇ ਮੈਨੂੰ ਰੋਕ ਦਿਓ। ਕਹਿਣ ਲੱਗੇ ਠੀਕ। ਹੁਣ ਉਹ ਸੈਯਦ ਉਹ ਆਗੂ ਕਹਿੰਦਾ 1 ਸਾਹਿਬ ਕਹਿਣ ਲੱਗੇ ਨਹੀਂ ਸ਼ੁਰੂ ਤੋਂ ਗਿਣੋ। ਕਹਿਣ ਲੱਗਾ 1, ਕਹਿਣ ਲੱਗੇ ਸ਼ੁਰੂ ਤੋਂ ਗਿਣੋ। ਉਹ ਕਹਿਣ ਲੱਗੇ ਸ਼ੁਰੂ ਤੋਂ ਗਿਣ ਰਿਹਾ 1 ਤੋਂ ਪਹਿਲਾਂ ਕੁਝ ਵੀ ਨਹੀਂ, 1 ਤੋਂ ਪਹਿਲਾਂ ਸ਼ੂਨ ਨਹੀਂ, 0। ਤਾਂ ਸਾਹਿਬ ਜੀ ਤੇਰੇ ਸਵਾਲ ਦਾ ਜਵਾਬ ਹੈ ਕਿ 1 ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਅਕਾਲ ਪੁਰਖ ਤੋਂ ਪਹਿਲਾਂ, ਉਸ ਅੱਲਾਹ ਤੋਂ ਪਹਿਲਾਂ, ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ। 1 ਤੋਂ ਹੀ ਸਾਚੇ ਤੇ ਪਵਣਾ ਪਿਆ, ਪਵਣਾ ਤੇ ਜਲ। ਕਹਿਣ ਲੱਗਾ ਠੀਕ ਹੈ, ਮੇਰਾ ਸ਼ੰਕਾ ਨਿਵਰਤ ਹੋ ਗਿਆ। ਦੂਜਾ ਸਵਾਲ ਦਾ ਜਵਾਬ ਦਿਓ ਕਿ ਪ੍ਰਮਾਤਮਾ ਕਿੱਥੇ ਹੈ। ਅੱਜ ਦੇ ਸਾਹਿਬ ਸ਼ਬਦ ਕਹਿੰਦੇ ਨੇ ਵੀ ਪ੍ਰਮਾਤਮਾ ਸਰਬ ਨਿਵਾਸੀ ਸਦਾ ਲੇਪਾ ਉਹੀ ਸੰਗ ਸਮਝ ਤੇਰੇ ਨਾਲ ਵਸਦਾ, ਕਿਵੇਂ ਵਸਦਾ। ਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਦੱਸੋ ਪ੍ਰਮਾਤਮਾ ਕਿੱਥੇ ਹੈ, ਸਾਹਿਬ ਨੇ ਦੁੱਧ ਦਾ ਗਲਾਸ ਲਿਆਓ, 1 ਕਟੋਰਾ ਦੁੱਧ ਲਿਆਓ।
ਤੇ ਹੁਣ ਉਹ ਆਗੂ ਸੋਚਦਾ ਹੈ ਵੀ ਸ਼ਾਇਦ ਇਹਨਾਂ ਨੂੰ ਭੁੱਖ ਲੱਗੀ ਹੈ, ਬਹੁਤ ਦਿਨ ਦੇ ਆਏ ਨੇ, ਮੁਸਾਫਰ ਨੇ, ਦੁੱਧ ਲੈ ਕੇ ਆਇਆ। ਤੇ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਵੀ ਇਸ ਦੁੱਧ ਵਿੱਚ ਕੀ ਹੈ, ਕੀ ਪਾਇਆ ਦੁੱਧ ਵਿੱਚ? ਉਹ ਕਹਿਣ ਲੱਗੇ ਦੁੱਧ ਤਾਂ ਬਿਲਕੁਲ ਪਾਕ ਹੈ, ਇਹਦੇ ਵਿੱਚ ਕੁਝ ਵੀ ਨਹੀਂ ਹੈ। ਹੁਣ ਉਹ ਸੋਚਦਾ ਸ਼ਾਇਦ ਗੁਰੂ ਨਾਨਕ ਸਾਹਿਬ ਕਦੇ ਸ਼ੱਕ ਹੈ ਤੇ ਇਸ ਅੰਦਰ ਕੋਈ ਚੀਜ਼ ਅਸੀਂ ਪਈ ਹੋਈ ਹੈ, ਕੋਈ ਜ਼ਹਿਰ ਨਾ ਪਾ ਕੇ ਦੇ ਰਹੇ ਹੋਵੇ। ਕਹਿਣ ਲੱਗੇ ਮਾਰੇ ਬਿਲਕੁਲ ਪਾਕ ਹੈ, ਕੁਝ ਨਹੀਂ। ਕਹਿੰਦੇ ਠੀਕ ਹੈ ਪਾਕ ਹੈ, ਪਰ ਦੁੱਧ ਵਿੱਚ ਕੀ ਹੈ? ਕਹਿਣ ਲੱਗੇ ਕੀ ਹੈ? ਕਹਿੰਦੇ ਦੁੱਧ ਵਿੱਚ ਘਿਓ ਹੈ। ਮੰਨਦੇ ਹੋ ਕਿ ਦੁੱਧ ਵਿੱਚ ਘਿਓ ਹੈ? ਕਹਿਣ ਲੱਗਾ ਹਾਂ ਮੰਨਦੇ ਹਾਂ, ਦੁੱਧ ਵਿੱਚ ਘਿਓ ਹੈ। ਕਹਿੰਦੇ ਫਿਰ ਦੁੱਧ ਵਿੱਚ ਘਿਓ ਕੱਢ ਕੇ ਦੱਸੋ। ਕਹਿਣ ਲੱਗੇ ਪਹਿਲਾਂ ਜਾਗ ਲਾਉਣੀ ਪਵੇਗੀ, ਦਹੀਂ ਬਣੇਗਾ, ਰਿੜਕਾਂਗੇ, ਮੱਖਣ ਬਣੇਗਾ, ਮੱਖਣ ਤੋਂ ਇਹ ਜਦੋਂ ਪਿਘਲਾਵਾਂਗੇ ਮੱਖਣ ਨੂੰ ਘਿਓ ਨਿਕਲਣਾ। ਕਹਿੰਦੇ ਤੇਰੇ ਸਵਾਲ ਦਾ ਜਵਾਬ ਕਿ ਪ੍ਰਮਾਤਮਾ ਕਿੱਥੇ ਹੈ? ਪ੍ਰਮਾਤਮਾ ਹਰ ਥਾਂ ਤੇ, ਪਰ ਮਿਲਣ ਵਾਸਤੇ ਜਿਹੜਾ ਬੜਾ ਪਿਆਰਾ ਸੀ ਬਾਣੀ ਬਚਨ ਪੜ੍ਹਦੇ ਆ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁਧੈ ਕੋ ਜਾਵੋ, ਦੂਧ ਕਰਮ ਫੁਨ ਸੁਤ ਸਮਾਏ, ਹੋਏ ਨਿਰਾਜਮਾਨ। ਜੇ ਉਸ ਨੂੰ ਮਿਲਣਾ ਹੈ, ਪਰ ਤਰੀਕਾ ਉਸ ਨੂੰ ਮਿਲਣ ਦਾ ਆਪਣੇ ਸੁਰ ਤੋਂ ਟਿਕਾਣਾ ਪਵੇਗਾ। ਜਿਹੜੇ ਸਾਡੇ ਸੁਰ ਤੋਂ ਸਾਡਾ ਮਨ ਭਟਕ ਰਿਹਾ। ਹੁਣ ਤੀਜਾ ਸਵਾਲ ਸੀ ਕਿ ਪ੍ਰਮਾਤਮਾ ਕੀ ਕਰ ਸਕਦਾ? ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡੀ ਮਰਿਆਦਾ ਹੈ, ਅਸੀਂ ਮਰਿਆਦਾ ਅਨੁਸਾਰ ਹੀ ਜਵਾਬ ਦੇਵਾਂਗੇ। ਤੂੰ ਏਦਾਂ ਕਰ, ਮੈਨੂੰ ਆਪਣੀ ਥਾਂ ਤੇ ਬਿਠਾ ਤੇ ਮੇਰੀ ਥਾਂ ਤੇ ਖੜਾ ਹੋ ਜਾ ਤੂੰ, ਫਿਰ ਤੈਨੂੰ ਜਵਾਬ ਮਿਲੇਗਾ। ਹੁਣ ਉਹ ਫਕੀਰ ਉਹ ਆਗੂ ਕਹਿੰਦਾ ਬਈ ਠੀਕ ਹੈ, ਇਹ ਤਾਂ ਦਰਵੇਸ਼ ਨੇ, ਜਿਹਨੂੰ ਆਪਣੇ ਆਸਣ ਤੇ ਬਿਠਾ ਦਿੱਤਾ ਜਾਵੇ ਕੋਈ ਮਾੜਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਸਣ ਤੇ ਬਿਠਾਇਆ ਤੇ ਸਾਹਮਣੇ ਗੁਰੂ ਨਾਨਕ ਸਾਹਿਬ ਥਾਂ ਤੇ ਖੜਾ ਹੋ ਗਿਆ, ਪੁੱਛਦਾ ਹੁਣ ਦੱਸੋ। ਸਾਹਿਬ ਕਹਿਣ ਲੱਗੇ ਕੀ ਸਵਾਲ ਤੇਰਾ? ਉਹ ਕਹਿੰਦਾ ਜੀ ਦੱਸੋ ਪ੍ਰਮਾਤਮਾ ਕੀ ਕਰ ਸਕਦਾ ਹੈ? ਸਾਹਿਬ ਚੁੱਪ ਨੇ, ਮੁਸਕਰਾ ਰਹੇ ਨੇ। ਉਹ ਫਿਰ ਪੁੱਛਦਾ ਹੈ, ਜਦੋਂ ਦੂਜੀ ਵਾਰ ਤੀਜੀ ਵਾਰ ਪੁੱਛਿਆ ਨਾ ਤਾਂ ਸਾਹਿਬ ਕੋਈ ਜਵਾਬ ਨਹੀਂ ਦੇ ਰਹੇ। ਉਹਨੂੰ ਹੈਰਾਨ ਹੋ ਕੇ ਪੁੱਛਦਾ ਮਾਰੇ ਜਵਾਬ ਦੇ। ਸਾਹਿਬ ਨੇ ਸਮਝ ਨਹੀਂ ਹਾਲਾਂ ਕਿ ਪ੍ਰਮਾਤਮਾ ਕੀ ਕਰ ਸਕਦਾ। ਉਹ ਚਾਹੇ ਰਾਜੇ ਨੂੰ ਫਕੀਰ ਬਣਾ ਦੇਵੇ, ਕੰਗਾਲ ਬਣਾ ਦੇ, ਕੰਗਾਲ ਨੂੰ ਬਾਦਸ਼ਾਹ ਬਣਾ ਸਕਦਾ। ਤੂੰ ਮੇਰੀ ਥਾਂ ਤੇ ਬੈਠਾ ਸੀ, ਅੱਜ ਜਿੱਥੇ ਤੂੰ ਬੈਠਾ ਸੀ ਮੈਂ ਬੈਠਾ, ਜਿੱਥੇ ਮੈਂ ਖੜਾ ਸੀ ਤੂੰ ਖੜਾ ਹੈ। ਮੁਜ਼ਰਿਮ ਦੀ ਥਾਂ ਤੇ ਖੜਾ ਕੀਤਾ ਹੈ, ਮੈਂ ਨਿਆਂ ਦੀ ਕੁਰਸੀ ਤੇ ਬੈਠਾ, ਮੈਂ ਕੁਝ ਵੀ ਕਰ ਸਕਦਾ। ਬਸ ਪ੍ਰਮਾਤਮਾ ਕੁਝ ਵੀ ਕਰ ਸਕਦਾ, ਰਾਜੇ ਤੋਂ ਭਿਖਾਰੀ ਭਿਖਾਰੀ ਤੋਂ ਬਾਦਸ਼ਾਹ ਬਣਾ ਸਕਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹੁਣ ਪ੍ਰਮਾਤਮਾ ਕਿੱਥੇ ਹੈ? ਕਿਉਂ ਜੰਗਲਾਂ ਵਿੱਚ ਲੱਭਦਾ ਹੈ? ਪ੍ਰਮਾਤਮਾ ਸਾਰੀ ਥਾਂ ਤੇ ਹੈ। ਉਹ ਜਿੰਨੀ ਚ ਮੈਂ ਜੋਤ ਸਮਾਨ, ਘਟ ਘਟ ਮਾਧੋ ਜੀ, ਉਹ ਤਾਂ ਸਾਰਿਆਂ ਥਾਂ ਤੇ। ਕੋਈ ਥਾਂ ਐਸੀ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ। ਉਹ ਤਾਂ ਹਬ ਸਮਾਣੀ ਜੋਤ ਜਿਉ, ਜਲ ਘਟਾਊ ਚੰਦਰਮਾ, ਹਰ ਇੱਕ ਥਾਂ ਤੇ। ਜਿਵੇਂ ਚਾਂਦਨੀ ਰਾਤ ਹੋਵੇ, ਚੰਨ ਚੜਿਆ ਹੋਵੇ ਤੇ ਦੂਰ ਥਾਂ ਤੇ 2-2 ਕਿਲੋਮੀਟਰ 3 ਕਿਲੋਮੀਟਰ ਦੂਰ ਥਾਂ ਤੁਸੀਂ ਘੜੇ ਭਾਂਡੇ ਭਰ ਕੇ ਰੱਖਦੇ ਹੋ, ਹਰ ਇੱਕ ਘੜੇ ਵਿੱਚੋਂ ਚੰਨ ਦਿਸੇ। ਕਹਿੰਦੇ ਪ੍ਰਮਾਤਮਾ ਇਸੇ ਤਰ੍ਹਾਂ ਏਕ ਅਨੇਕ ਵਿਆਪਕ ਪੂਰਕ, ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੁਝੈ ਕੋਈ। ਕਹਿੰਦੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੀ ਓਤ ਪੋਤ ਪ੍ਰਭ। ਹਰ ਜਲ ਤਰੰਗ ਅਰ ਫੇਨ, ਬੁੱਧ ਬੁੱਧਾ ਪਾਣੀ ਵਿੱਚ ਵੀ ਹੈ, ਲਹਿਰਾਂ ਵਿੱਚ ਵੀ ਹੈ, ਬੁਲਬੁਲੇ ਵਿੱਚ ਵੀ ਹੈ। ਜਲ ਤੇ ਭਿੰਨ ਨਾ ਹੋਈਏ ਪਰਪੰਚ, ਪਾਰ ਬਨ ਕੇ ਲੈਣਾ ਵਿਚਰਿਤ ਆਨ। ਹਰ ਥਾਂ ਤੇ ਜਲ ਥਲ ਮਹੀਰ ਪੂਰੇ ਹੈ। ਸੁਆਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਹਰ ਥਾਂ ਸਰਬ ਨਿਵਾਸੀ ਸਦਾ ਨਿਰਭਾ, ਤੂੰ ਸਭਨੇ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣਹਾਰ ਜੀ। ਹਰ ਥਾਂ ਤੇ ਸਭੈ ਕਾ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚਿੰਟੀ, ਭਾਂਜਨ ਹੈ ਬਹੁ ਨਾਨਾ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ। ਹਰ ਇੱਕ ਥਾਂ ਤੇ, ਹਰ ਇੱਕ ਥਾਂ ਤੇ, ਹਰ ਇੱਕ ਜ਼ਰਰੇ ਵਿੱਚ। ਤੇ ਸਾਹਿਬ ਜੀ ਕਹਿਣ ਲੱਗੇ ਉਸ ਨੂੰ ਮਿਲਣਾ ਹੋਵੇ ਤਾਂ ਫਿਰ ਗੁਰੂ ਦੀ ਮੱਤ ਤੇ ਤੁਰਨਾ ਪਵੇਗਾ।
अपनी मत त्यागनी पवे। वो हर एक थां ते सतगुरु कहने लगे फिर किवें बसदा ओह मत ज्यों बास बसत है मुकर माही जैसे छाई। कहने लगे जिवें फुल विच शीशे विच जिहड़ा शीशे अक्स वेखदा अपना उहनूं अपना शीशे विच दिखाई दे रहा। जिवें फुल विच सुगंधी है पर सुगंधी नूं वेख्या नहीं जा सकदा, उहनूं मानिया जा सकदा, उहनूं महसूस किया जा सकदा। कहने तैसे ही हर बसै निरंतर घट ही खोजो भाई। उसे तरह परमात्मा एक रस सबना विच बसदा है। इसलिए भाई उस परमात्मा अपने हृदय अंदर वेख सब कै मत सबहूं ते बाहर हर थां ते कोई ऐसे खाने ते ना हो ऊंच ऊंच सब एक समान। वो तो हस्त कीट के बीच समाना हर एक थां ते बाहर भीतरे को जानो ए गुर ज्ञान बताई। गुरु दा आत्मिक दे जीवन देने वाला जिहड़ा उपदेश है सिक्ख्या वो यही दसदी है कि अपने शरीर के अंदर अते अपने शरीर के बाहर हर थां एक परमात्मा ने वसदा वे। जन नानक बिन आपा चीनै मिटै ना भरम की काई। सतगुरु कहने लगे कि जब तक तू अपने आप की पड़चोल नहीं करेगा, अपने आत्मिक जीवन को परखेगा नहीं, उदों तक भटकना का जाला खत्म नहीं होगा। जिन्ना चिर वो भरम रूपी जाल है उतना चिर सर्वव्यापी परमात्मा का ज्ञान नहीं है। तुसीं वेखो किसी थां ते पानी इकट्ठा खड़ा हो जाए ते हुण कुछ समय बाद उस पानी के पर जाला बन जाता, काई जम जाती ते वो काई जिहड़ी है उस थल्ले दिसरे पानी नूं ते उपर ऐसा अपना गलेफ पा दिंदी है कि हुण पानी दिसदा नहीं। सगने बस इस तरह तेरे ते परमात्मा दे विचकार एक भरम दा पड़दा है। बस वो भरम दा पड़दा हट जाए ते कहने फिर हर एक अंदर हर एक जीव विच तैनूं परमात्मा दिसेगा, सारे में उस परमात्मा जो दिसेगी। बस कारण यही है कि वो परमात्मा दिस नहीं रहा, पर जो दिसना शुरू हो गया फिर जो अंदर वितकरे ने फिर कहेगा अवल अल्लाह नूर पाया कुदरत के सब बंदे एक नूर ते सब जग पुजा कौन भले को मंदे लोगा भरम ना भूलो भाई। ये भरम ही नहीं कि सानू दूजे विच रब नहीं दिसदा, दूजा दुश्मन दिसदा, बैरागी बैराई दिसदा, बैरी दिसदा सानू। पर जदों ये भरम दा जाला हट गया ना फिर कहेगा एक पिता एक कसके हम बारिक तू मेरा गुरहाई सुन मिता जियो हमारा बरबल जासी हर दर्शन दी होती। फिर तो एक नूर ते सब जग उपजया कौन भले को मंदे लोगा भरम ना भूलो भाई। हे लोगो भरम ना रखो। खालिक खलक खलक में खालिक पूर रहे उस सब ठाई उस सारे विच है। माटी एक अनेक भांत और मिट्टी को है, पर उस मिट्टी नूं गुण के घुमियार अलग अलग तरह के भांडे बना दिंदा। बस परमात्मा ने भी साडे शरीर जिहड़े ने मसाला इको लगा, इको जिहा नैन, इको जिहा अखां ने, इको जिही जुबान है, इको जिहा लहू है, अलग अलग भांडे बनाए हुए। माटी एक अनेक भांत कर साजी साजन हारै ना कछ पोज माटी के भांडे ना कछ पोज कुंभारै। सब मैं सच्चा एको सोई तिसका किया सब कछ होई हुक्म पछाना सोए को जाना बंदा कहिया। अब अल्लाह अलख न जाई रखिया गुर गुर दीना मिठा कह कबीर मेरी शंका नासी सब रंजन दी। हुण तक गुरैर दिखाई लोए ना इतैं उतैं कट कट तू ही मोहिना। फिर कदे जंगलां विच लभदा रहा। वो कहंदा परमात्मा सारिਆਂ विच, वो सारिਆਂ विच पूर रहा सर्व थाई हर थां ते रमिया हो। कोई ऐसी थां नहीं जिदे परमात्मा ना होवे, हर एक थां ते। बड़े प्यारे बचन जो असीं पढ़ते हैं भगत नामदेव जी ने बड़ा प्यारा शब्द गायन किया। कहने लगे
मैं वेखदा सी कि लोग सोचते सी कि परमात्मा किसी मूर्ति विच है, ते मेरा मन भी किते मैं भी यही काम करा। अनिले कुंभ भराए उदक ठाकुर को इशनान करा, ते मैं भी उस रब दा इशनान करा। पर जो वेखदा कि 42 लाख जी जल में होते बिठल पहला खाए, उस परमात्मा दे जी जोत सारे विच होण करके 42 लाख तो वध जीवां दा जीव जिहड़े पानी विच रहिंदे ने आपे इशनान करी जांदे, ते उन्हें बैठा परमात्मा आप इशनान करता। जितर जाऊं तत बिठल पहला महा आनंद करे सतकेला। जिथे भी जाऊं तो अनिले फुल भराए उद, अनिले फुल परोइले माला ठाकुर को पूज करो। मैं वेख्या लोग फुल तोड़ के आउंदे ने, बेनती करते हैं कि बार असीं गुरु घरां विच गुरु ग्रंथ साहिब दे फुल तोड़ के रखते हैं भी शायद गुरु दा खुश होवे। गुरु क्या कि फुल ना रख, अपना मन रख दे। पाती तोरै मालनी मा पाती पाती जियो, जिस पाहन को पाती तोरै सो पाहन निर्जियो। भूली मालनी है सो जागदा है, गुरु अगे मन अर्पण कर। कहने लगे वेख्या लोगों ने फुल तोड़ के माला परो के गुरु अगे रखते हैं, अपने इष्ट अगे रखते हैं। पर जो मैं वेखदा पहले बास ली है भवरा बिठल पहला खाए, जिहड़ा भवरा है वो आप सुगंधी लै रहा। जे परमात्मा हर एक अंदर भवर विच बैठा हुआ, उस भवर विच बैठा हुआ आप सुगंधी लै रहे। अनिले दूध रिधाइले खीर ठाकुर को नैवेद्य करो। लोग दुध लिया के रिन के उन्होंने खीर बना के जां होर मिठे पकवान बना के अपने इष्ट अगे चढ़ाउंदे हन। पर मैं जदों वेखदा पहले दूध बिटारे बछड़ा बिठल पहला गाय करो। जिहड़ा दुध है पहला बच्चा पी रहा, जो बच्चे भी जी परमात्मा वो तो आप ही दुध पी रहे, मैंने चढ़ाने की लोड़ ही नहीं। समझ आ गई कि ई बै बिठल उ बै बिठल बिठल बिन संसार नहीं। थान तरंतर नामा प्रणव पूर रहे उसको शरण नहीं। हर एक थान ते हर एक जीवन अंदर परमात्मा। तो गुरु कृपा करन सारे विचों परमात्मा सानूं दसना शुरू हो जाए। असी अपने अंदरों उस रब नूं वेखीए, बाहर ना भटकीए कि शायद परमात्मा किते जंगलों में है, किते पहाड़ ते बैठा होया। गुरबाणी भी सिर ने बड़ा प्यारा कि कह लगे मन रे थिर रहो मत कत जाही जियो बाहर ढूंढत बहुत दुख पावे घर अमृत कट माही जियो। परमात्मा नूं बाहर लभ, क्योंकि सब कुछ घर में बाहर नाही, बाहर टोला सो परम बुलाही। गुर प्रसादी जिने अंतर पाया सो अंतर बाहर सोला। वो परमात्मा बाहर नहीं, बाहर भाले से क्या है वत घर अंदर बाहर ना जा, घर ही में अमृत भरपूर है। बड़ा प्यारा बचन गुरु साहिब गुरु अमरदास जी कहते हैं, कहने लगे वो परमात्मा साडे अंदर है, घर ही में अमृत भरपूर है। पर कहने लगे मन मुखा साध ना आया, मन मुखा नूं स्वाद नहीं आता, मन मुखा साध ना पाया। उदाहरण बड़ी प्यारी, कहने लगे ज्यों कस्तूरी मिर्ग ना जाना है भरम दा भरम भुलाया। जिवें कि एक हिरन है, मिर्ग कहते हैं हिरन, हिरन नूं अपनी नाभि विचों कस्तूरी दी सुगंध आउंदी है, पर वो भरम भुलेखे विच हुंदा शायद कोई बाहरों सुगंधी आ रही है। वो बाहर जंगल भटकदा, शायद कि बाहरों कोई फुल खिड़िया होया, कोई जड़ी बूटी दी सुगंध आ रही है, वो बाहर भालदा उस ते भटक भटके प्राण त्याग दिंदा, पर उस बाहर दी सुगंध दे मिलाप नहीं हुंदा, क्योंकि सुगंधी बाहरों नहीं, वो तो अपने अंदरों आ रही सी। बस मनुख भी कई बार सोचता कि शायद परमात्मा किते बाहर भटकन नाल घर त्यागन नाल मिल जाएगा, पर गुरबाणी जिहड़ा पढ़दा है उन्हें समझ आ जाए कि परमात्मा किते बाहर नहीं, वो तो परमात्मा साडे अंदर है, साडे अंदर वसिया, हिरदे भी वसिया होया। तो गुरु रहमत करन उसनूं बाहर पालन थां ते अपने अंदर खोजी बंदे, खोज दिल हर रोज अपने अंदरों उस परमात्मा नूं भाल करिए, तां ही साडा ये जीवन सफल हो सकदा है। इतने विचार प्रवान करने, विचारा करते ने कई प्रकार दी भुलां गलतियां हो जाया करती हैं। संगत को दोनों बख्शण योग है। फतेह प्रवान। वाहिगुरू जी का खालसा, वाहिगुरू जी की फतेह। वाहिगुरू साहिब जी तेरे कब